ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ ਨੇ ਮੰਗਲਵਾਰ ਨੂੰ ਐਲਾਨ ਕਰ ਦਿੱਤਾ ਕਿ ਟੀਕਾਕਰਨ ਦੀ ਉਮੀਦ ਤੋਂ ਵੱਧ ਦਰ ਦੇ ਜਵਾਬ ਵਿੱਚ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਕਈ ਲੋਕਾਂ ਲਈ ਪਾਬੰਦੀਆਂ ਪਹਿਲਾਂ ਦੇ ਮੁਕਾਬਲੇ 3 ਹਫ਼ਤੇ ਪਹਿਲਾਂ ਖਤਮ ਹੋ ਜਾਣਗੀਆਂ। समाचार एजेंसी शिन्हुआ की रिपोर्ट मुताबक 1 दसंबर ਲਈ निर्धारित किए गए बहुत सारे बदलाव जिमें कि किसी घर विच आउण वालियां दी कोई सीमा नहीं, 1000 ਤੋਂ ਘੱਟ ਲੋਕਾਂ ਵਾਲੇ ਬਾਹਰੀ ਇਕੱਠਾਂ ਲਈ ਕੋਈ ਨਿਯਮ ਨਹੀਂ ਅਤੇ ਸਾਰੇ ਉਦੇਸ਼ਾਂ ਲਈ ਅੰਦਰੂਨੀ ਸਵਿਮਿੰਗ ਪੂਲ ਵੀ ਦੁਬਾਰਾ ਖੋਲੇ ਜਾਣਗੇ। ਕਾਰੋਬਾਰ ਸਾਰੇ ਕੰਪਲੈਕਸਾਂ ਸਮੇਤ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਗਾਹਕਾਂ ਦਾ ਸਵਾਗਤ ਕਰਨ ਦੇ ਯੋਗ ਹੋਣਗੇ ਜੋ ਪ੍ਰਤੀ 2 ਵਰਗ ਮੀਟਰ ਨਿਯਮ ਪ੍ਰਤੀ ਇੱਕ ਵਿਅਕਤੀ ਕੋਲ ਜਾ ਸਕਦੇ ਨੇ। ਨਾਈਟ ਕਲੱਬ ਅਤੇ ਡਾਂਸ ਫਲੋਰਸ ਨੂੰ ਦੁਬਾਰਾ ਖੋਲ੍ਹਣ ਦੇ ਯੋਗ ਹੋਣਗੇ। ਪਾਬੰਦੀਆਂ ਵਿੱਚ ਪਹਿਲਾਂ ਢਿੱਲ ਦੇਣ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਰਾਜ ਆਪਣੀ ਟੀਕਾਕਰਨ ਦਰ ਨੂੰ ਲਗਾਤਾਰ ਵਧਾ ਰਿਹਾ ਹੈ। 31 ਅਕਤੂਬਰ ਤੱਕ 16 ਸਾਲ ਦੀ ਉਮਰ ਦੇ NSW ਨਿਵਾਸੀਆਂ ਵਿੱਚੋਂ 87.8% ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ, ਜਦੋਂ ਕਿ 93.6% ਨੂੰ ਪਹਿਲੀ ਖੁਰਾਕ ਮਿਲੀ। 12 ਤੋਂ 15 ਸਾਲ ਦੀ ਉਮਰ ਦੇ ਨਿਵਾਸੀਆਂ ਲਈ 62.3% ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਸੀ ਅਤੇ 79.3% ਨੂੰ ਪਹਿਲੀ ਖੁਰਾਕ ਮਿਲੀ ਸੀ। NSW ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਕਿਹਾ ਕਿ ਉਹ ਅਜੇ ਵੀ ਟੀਕਾਕਰਨ ਦੀ ਦਰ ਨੂੰ ਲਗਭਗ 95% ਤੱਕ ਚੜ੍ਹਦੇ ਦੇਖਣਾ ਚਾਹੁੰਦੇ ਨੇ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਰਕਾਰ ਟੀਕਾਕਰਨ ਤੋਂ ਰਹਿਤ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਸ਼ੁਰੂ ਵਿੱਚ NSW ਸਰਕਾਰ ਨੇ ਕਿਹਾ ਸੀ ਕਿ 1 ਦਸੰਬਰ ਤੱਕ ਟੀਕਾਕਰਨ ਤੋਂ ਰਹਿਤ ਲੋਕਾਂ ਨੂੰ ਆਜ਼ਾਦੀ ਵਾਪਸ ਕਰ ਦਿੱਤੀ ਜਾਵੇਗੀ, ਪਰ ਪੈਰੋਟੇਟ ਨੇ ਕਿਹਾ ਕਿ ਹੁਣ 15 ਦਸੰਬਰ ਤੱਕ ਜਾਂ ਜਦੋਂ ਵੀ ਟੀਕਾਕਰਨ ਦੀ ਦਰ 95% ਤੱਕ ਜਾਂਦੀ ਹੈ ਉਡੀਕ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਟੀਕਾਕਰਨ ਦੀਆਂ ਦਰਾਂ ਮਹੱਤਵਪੂਰਨ ਰਹੀਆਂ ਨੇ ਅਤੇ ਅੰਤ ਵਿੱਚ ਅਸੀਂ ਇੱਕ ਅਜਿਹੇ ਬਿੰਦੂ ਤੇ ਪਹੁੰਚਣਾ ਚਾਹੁੰਦੇ ਹਾਂ ਜਿੱਥੇ NSW ਖੁੱਲ੍ਹਾ ਅਤੇ ਮੁਫਤ ਹੈ ਤੇ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਅੱਜ ਜੋ ਬਦਲਾਅ ਕੀਤੇ ਨੇ ਉਹ ਹੋਣ ਦੇ ਯੋਗ ਨੇ। ਇਸ ਦੌਰਾਨ NSW ਦੇ ਰੋਜ਼ਾਨਾ ਅੰਕੜੇ ਸਤੰਬਰ ਵਿੱਚ ਆਪਣੇ ਸਿਖਰ ਤੋਂ ਹੇਠਾਂ ਆਉਂਦੇ ਰਹੇ। ਮੰਗਲਵਾਰ ਨੂੰ NSW ਵਿੱਚ 173 ਨਵੇਂ ਕੇਸ ਅਤੇ 4 ਮੌਤਾਂ ਦਰਜ ਕੀਤੀਆਂ ਗਈਆਂ।